दोस्तों हाजिर एक होर वीडियो रिपोर्ट लैके चैनल रितेश लखी अनप्लग ते ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਦੋ ਪਿੰਡਾਂ ਦੇ ਤਿੰਨ ਪਰਿਵਾਰਾਂ ਦੀ ਇੱਕ ਅਜਿਹੀ ਤਰਾਸਦੀ ਇੱਕ ਅਜਿਹੇ ਦੁਖਾਂਤ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਂ ਜੋ ਕਿ ਸਾਨੂੰ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ ਤੇ ਇੱਕ ਬਹੁਤ ਵੱਡਾ ਸਬਕ ਵੀ ਹੋਏਗੀ ਪੰਜਾਬ ਦੇ ਨੌਜਵਾਨਾਂ ਦੀ। ਉਹ ਨੌਜਵਾਨ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਡਾਲਰਾਂ ਦੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੇ ਰਾਹ ਤੋਂ ਆਪਣੀਆਂ ਲੀਹਾਂ ਤੋਂ ਭਟਕ ਜਾਂਦੇ ਨੇ। ਕੁਝ ਵੱਖਵਾਦੀ ਜਿਹੜੀ ਜਥੇਬੰਦੀਆਂ ਨੇ ਸਿੱਖਸ ਫॉर ਜਸਟਿਸ ਗੁਰਪਤਵੰਤ ਸਿੰਘ ਪੰਨੂ ਵਾਲੀ ਜਿਹੜੀ ਜਥੇਬੰਦੀ ਅਮਰੀਕਾ ਤੋਂ ਬੈਠ ਕੇ ਆਏ ਦਿਨ ਕੋਈ ਅਜਿਹਾ ਐਲਾਨ ਕਰ ਦਿੰਦੀ ਹੈ, ਕਈ ਹਜ਼ਾਰ ਡਾਲਰ ਦੇਣ ਦਾ ਵਾਅਦਾ ਇਹ ਨੌਜਵਾਨਾਂ ਨਾਲ ਕਰਦੀ ਹੈ। ਉਸ ਦੇ ਐਵਜ਼ ਦੇ ਵਿੱਚ ਇਸ ਨੂੰ ਖਾਲਿਸਤਾਨ ਜਾਂ ਖਾਲਸਾ ਦੇ ਜਿਹੜੇ ਝੰਡੇ ਹੈਗੇ ਨੇ ਉਹ ਡੀਸੀ ਜਾਂ ਐਸਐਸਪੀ ਦਫ਼ਤਰਾਂ ਦੇ ਬਾਹਰ ਲਹਿਰਾਉਂਦੇ ਹੋਏ ਜਾਂ ਫਿਰ ਚਿਪਕਾਏ ਹੋਏ ਚਾਹੀਦੇ ਹੁੰਦੇ ਨੇ। ਹਾਲ ਹੀ ਦੇ ਦਿਨਾਂ ਵਿੱਚ ਕੁਝ ਹੋਰ ਘਟਨਾਵਾਂ ਹੋਈਆਂ ਨੇ। ਹੋਰ ਤਾਂ ਹੋਰ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੇ ਵਿੱਚ ਇਸ ਤਰੀਕੇ ਦੀ ਘਟਨਾ ਹੋਈ ਹੈ ਜਿੱਥੇ ਕਿ ਖਾਲਿਸਤਾਨ ਦਾ ਜਿਹੜਾ ਝੰਡਾ ਹੈ ਉਸ ਨੂੰ ਡੀਸੀ ਦਫ਼ਤਰ ਦੇ ਬਾਹਰ ਚਿਪਕਾਤਾ ਗਿਆ, ਲਟਕਾਤਾ ਗਿਆ। ਇਸੇ ਤਰੀਕੇ ਨਾਲ ਅਨੰਦਪੁਰ ਸਾਹਿਬ ਤੇ ਰੋਪੜ ਜ਼ਿਲ੍ਹੇ ਦੇ ਵੀ ਕੁਝ ਪ੍ਰਸ਼ਾਸਨਿਕ ਦਫ਼ਤਰਾਂ ਦੇ ਬਾਹਰ ਖਾਲਿਸਤਾਨ ਦੇ ਪੋਸਟਰ ਵਗੈਰਾ ਚਿਪਕਾਏ ਗਏ ਤੇ ਬਾਅਦ ਦੇ ਵਿੱਚ ਇਹਨਾਂ ਦੇ ਵੀਡੀਓ ਬਣਾ ਕੇ ਸਿੱਖਸ ਫॉर ਜਸਟਿਸ ਨਾਂ ਦੀ ਇਸ ਬੈਂਡ ਆਊਟਫਿਟ ਜੋ ਕਿ ਭਾਰਤ ਦੇ ਵਿੱਚ ਅੱਤਵਾਦੀ ਜਥੇਬੰਦੀ ਵਜੋਂ ਐਲਾਨਤੀ ਗਈ ਹੈ ਉਸ ਵੱਲੋਂ ਵੀਡੀਓ ਰਿਲੀਜ਼ ਕੀਤੇ ਗਏ। ਹਾਲਾਂਕਿ ਆਪਾਂ ਨਾਰਮਲੀ ਇਸ ਜਥੇਬੰਦੀ ਨੂੰ ਇਗਨੋਰ ਕਰੀਦਾ, ਇਸ ਦੀਆਂ ਘਟਨਾਵਾਂ ਇਸ ਦੀਆਂ ਵਾਰਦਾਤਾਂ ਤੇ ਇਸ ਵੱਲੋਂ ਨੌਜਵਾਨਾਂ ਨੂੰ ਭਟਕਾਉਣ ਤੇ ਭੜਕਾਏ ਜਾਣ ਦੀਆਂ ਕੋਸ਼ਿਸ਼ਾਂ ਨੂੰ ਆਪਾਂ ਡਾਊਨ ਪਲੇ ਕਰੀਦਾ। ਲੇਕਿਨ ਹਾਲ ਹੀ ਦੇ ਦਿਨਾਂ ਵਿੱਚ ਮੇਰੀ ਕੁਝ ਕੈਮਰਾ ਟੀਮਸ ਨੂੰ ਮੌਕਾ ਮਿਲਿਆ ਮੋਗਾ ਦੇ ਉਹਨਾਂ ਪਿੰਡਾਂ ਦੇ ਵਿੱਚ ਜਾਣ ਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਜਿਹੜੇ ਬੇਟੇ ਹੈਗੇ ਨੇ ਉਹ ਸਾਲ 2020 14 ਅਗਸਤ ਦੀ ਤਰੀਕ ਨੂੰ ਮੋਗੇ ਦੇ ਡੀਸੀ ਦੇ ਦਫ਼ਤਰ ਦੇ ਉੱਤੇ ਤਿਰੰਗਾ ਝੰਡਾ ਹਟਾ ਕੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਉਸ ਕੇਸ ਦੇ ਵਿੱਚ ਅਪਰਾਧਿਕ ਮੁਕੱਦਮੇ ਦੇ ਵਿੱਚ ਨਾਮਜ਼ਦ ਹੋਏ। ਉਹਨਾਂ ਦੇ ਉੱਤੇ UAPA ਦੀਆਂ ਬਹੁਤ ਹੀ ਜਿਹੜੀਆਂ ਖਤਰਨਾਕ ਤੇ ਡਰੈਕੋਨੀਅਨ ਧਾਰਾਵਾਂ ਮੰਨੀਆਂ ਜਾਂਦੀਆਂ ਨੇ ਉਹ ਪੁਲਿਸ ਤੇ NIA ਵੱਲੋਂ ਲਾਈਆਂ ਗਈਆਂ ਤੇ ਬੀਤੇ ਤਕਰੀਬਨ 1.5 ਪੌਣੇ 2 ਸਾਲ ਤੋਂ ਇਹ ਲੋਕ ਜੇਲ੍ਹਾਂ ਵਿੱਚ ਬੰਦ ਨੇ। ਇਹਨਾਂ ਨੌਜਵਾਨਾਂ ਤੇ ਇਹਨਾਂ ਦੇ ਪਰਿਵਾਰਾਂ ਨੂੰ ਵਿਜ਼ਿਟ ਕਰਨ ਦਾ ਇੱਕ ਵੱਡਾ ਪਰਪਸ ਇਹ ਵੀ ਸੀ ਕਿ ਸਮਝਿਆ ਵੀ ਜਾ ਸਕੇ ਕਿ ਜਿਹੜੀਆਂ ਜਥੇਬੰਦੀਆਂ ਵਿਦੇਸ਼ਾਂ ਵਿੱਚੋਂ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਂਦੀਆਂ ਨੇ, ਉਕਸਾਉਂਦੀਆਂ ਨੇ, ਡਾਲਰਾਂ ਦਾ ਲਾਲਚ ਦਿੰਦੀਆਂ ਨੇ, ਅਖੀਰ ਦੇ ਵਿੱਚ ਉਹਨਾਂ ਦੇ ਜੀਆਂ ਨੂੰ ਯਾਨੀ ਕਿ ਉਹ ਨੌਜਵਾਨ ਜੋ ਕਿ ਇਸ ਤਰੀਕੇ ਦੀ ਗਤੀਵਿਧੀਆਂ ਕਰਕੇ ਜੇਲ੍ਹਾਂ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਸ਼ਾਇਦ ਆਉਣ ਵਾਲੇ ਕਈ ਸਾਲ ਉਹਨਾਂ ਨੂੰ ਜੇਲ੍ਹਾਂ ਵਿੱਚ ਰਹਿਣਾ ਪਏ, ਅਖੀਰ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਹੱਥ ਕੀ ਲੱਗਿਆ, ਕੋਈ ਰਸਦ ਕੋਈ ਇਮਦਾਦ ਉਹਨਾਂ ਨੂੰ ਮਿਲ ਪਾਈ ਜਾਂ ਨਹੀਂ। ਸੋ ਇਸ ਪੱਖੋਂ ਇਹਨਾਂ ਦੇ ਪਰਿਵਾਰਾਂ ਨੂੰ ਜਦੋਂ ਅਸੀਂ ਮਿਲੇ ਤਾਂ ਇੱਕ ਬਹੁਤ ਹੀ ਤਰਸਯੋਗ ਤਸਵੀਰ ਸਾਹਮਣੇ ਆਈ। ਕਿਸ ਔਕੜ ਦੇ ਵਿੱਚ ਆਰਥਿਕ ਤੰਗੀ, ਬਦਹਾਲੀ ਤੇ ਮਾਨਸਿਕ ਤਣਾਅ ਜੋ ਕਿ ਇਹਨਾਂ ਮਾਪਿਆਂ ਨੂੰ ਹੁਣ ਝੱਲਣਾ ਪੈ ਰਿਹਾ ਹੈ ਆਪਣੇ ਨੌਜਵਾਨ ਬੇਟਿਆਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਵੇਖ ਕੇ ਗਾਹੇ ਬਗਾਹੇ ਜਦੋਂ ਵੀ ਜੇਲ੍ਹ ਵਿੱਚ ਜਾਂਦੇ ਨੇ ਮੁਲਾਕਾਤਾਂ ਹੁੰਦੀਆਂ ਨੇ, ਜੇਲ੍ਹ ਦੇ ਵਿੱਚ ਅਧਿਕਾਰੀ ਇਹਨਾਂ ਨੂੰ ਨਹੀਂ ਛੱਡਦੇ, ਰਿਸ਼ਵਤਾਂ ਉੱਥੇ ਦੇ ਕੇ ਮੁਲਾਕਾਤਾਂ ਕਰਨੀਆਂ ਪੈਂਦੀਆਂ ਨੇ, ਕੇਸ ਕੋਰਟ ਕਚਹਿਰੀਆਂ ਦੇ ਵਿੱਚ ਵਕੀਲਾਂ ਨੂੰ ਜਿਹੜੇ ਖਰਚੇ ਦੇਣੇ ਪੈ ਰਹੇ ਨੇ ਉਹ ਅਲੱਗ ਨੇ। ਸੋ ਇਹਨਾਂ ਪਰਿਵਾਰਾਂ ਦੀ ਹਾਲਤ ਤੇ ਕੋਈ ਜਿਹੜੀ ਸਥਿਤੀ ਚੰਗੀ ਨਹੀਂ ਹੈ। ਇਹਨਾਂ ਪਰਿਵਾਰਾਂ ਤੇ ਇਹਨਾਂ ਨੌਜਵਾਨਾਂ ਦੀ ਜਿਹੜੀ ਖਰਾਬ ਸਥਿਤੀ ਹੈ ਉਸ ਨੂੰ ਅੱਜ ਬਿਆਨ ਕਰਨਾ ਇਸ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਇਹ ਘਟਨਾਵਾਂ ਥੰਮ ਨਹੀਂ ਰਹੀਆਂ, ਇਸ ਤਰੀਕੇ ਦੀਆਂ ਵਾਰਦਾਤਾਂ ਅਜੇ ਵੀ ਹੋ ਰਹੀਆਂ ਨੇ। SFJ ਵਰਗੀ ਜਥੇਬੰਦੀਆਂ ਦੇ ਧੱਕੇ ਚੜ੍ਹ ਕੇ ਨੌਜਵਾਨ ਅਜੇ ਵੀ ਉਹੀ ਕੰਮ ਕਰ ਰਹੇ ਹੈਗੇ ਨੇ, ਉਸੇ ਤਰੀਕੇ ਨਾਲ ਖਾਲਿਸਤਾਨ ਦੇ ਪੋਸਟਰ ਜਾਂ ਫਿਰ ਖਾਲਿਸਤਾਨ ਦੇ ਝੰਡੇ ਪ੍ਰਸ਼ਾਸਨਿਕ ਦਫ਼ਤਰਾਂ ਦੇ ਬਾਹਰ ਲਾਏ ਜਾਂਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਤੱਕ ਤਾਂ ਝੰਡੇ ਲੱਗਦੇ ਨੇ, ਇਹਨਾਂ ਦੇ ਵੀਡੀਓ ਬਣਦੇ ਨੇ, ਉਸ ਵਕਤ ਤੱਕ ਤਾਂ ਸਭ ਨੂੰ ਵਾਇਰਲ ਵੀਡੀਓ ਦੀ ਸ਼ਕਲ ਦੇ ਵਿੱਚ ਇਹ ਸਭ ਕੁਝ ਨਜ਼ਰ ਆਉਂਦਾ ਹੈ। ਏਜੰਸੀਆਂ ਜਾਂ ਪੁਲਿਸ ਵੱਲੋਂ ਵੀ ਕਾਫੀ ਹਾਈ ਤੌਬਾ ਮਚਾਈ ਜਾਂਦੀ ਹੈ। ਲੇਕਿਨ ਬਾਅਦ ਦੇ ਵਿੱਚ ਜਦੋਂ ਉਹ ਨੌਜਵਾਨਾਂ ਦੀ ਉਹਨਾਂ ਲੋਕਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ CCTV ਕੈਮਰੇਜ਼ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਨੌਜਵਾਨਾਂ ਤੱਕ ਪਹੁੰਚਾਇਆ ਜਾਂਦਾ ਹੈ ਤੇ ਉਹਨਾਂ ਦੀ ਧਰਪਕੜ ਕਰਕੇ ਜਦੋਂ ਉਹਨਾਂ ਦੇ ਉੱਤੇ UAPA ਵਰਗੇ ਖਤਰਨਾਕ ਕੇਸ ਦਰਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੀ ਬਣਦਾ ਹੈ। ਇਸ ਕਹਾਣੀ ਨੂੰ ਇਸ ਪੱਖੋਂ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤਾਂ ਚੀਜ਼ ਸਮਝ ਵਿੱਚ ਆਈ ਕਿ ਮੋਗਾ ਦੇ DC ਦਫ਼ਤਰ ਦੇ ਉੱਤੇ 14 ਅਗਸਤ 2020 ਨੂੰ ਜਿਹੜੇ 3 ਨੌਜਵਾਨਾਂ ਨੇ ਝੰਡਾ ਚੜਾਇਆ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਸੀ। ਇਸ ਤੋਂ ਇਲਾਵਾ 2 ਹੋਰ ਲੋਕ ਇਸ ਕੇਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਸਣੇ ਨਾਮਜ਼ਦ ਹੈਗੇ ਨੇ। ਕੁੱਲ 6 ਲੋਕ ਐਕਿਊਜ਼ ਹੈਗੇ ਨੇ, ਇਹਨਾਂ ਵਿੱਚੋਂ 4 ਫੜੇ ਜਾ ਚੁੱਕੇ ਨੇ। ਜਦੋਂ ਇਹ ਨੌਜਵਾਨਾਂ ਨੇ ਝੰਡਾ ਫਹਿਰਾਇਆ, ਝੰਡੇ ਦੀ ਵਾਇਰਲ ਵੀਡੀਓ ਹੋਈ, ਵੀਡੀਓ ਅਮਰੀਕਾ ਜਾ ਕੇ SFJ ਦੇ ਜ਼ਰੀਏ ਲਾਂਚ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਤਰਥੱਲੀ ਮਚਦੀ ਹੈ। ਕੁਝ ਦਿਨਾਂ ਬਾਅਦ ਇਹ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਇਹ ਗੱਲਾਂ ਬਾਤਾਂ ਸਭ ਨੇ ਸੁਣੀਆਂ, ਸਭ ਨੇ ਵੇਖੀਆਂ, ਲੇਕਿਨ ਅੱਜ ਪਰਿਵਾਰਾਂ ਦਾ ਕੀ ਹਾਲ ਹੈ ਇਹ ਕੋਈ ਨਹੀਂ ਜਾਣਦਾ ਤੇ ਉਸ ਘਟਨਾ ਤੋਂ ਪਹਿਲਾਂ ਕੀ ਕੁਝ ਹੋਇਆ ਸੀ ਤੇ ਪਰਿਵਾਰਾਂ ਦੀ ਕੀ ਸਥਿਤੀ ਸੀ। ਇਹ ਨੌਜਵਾਨਾਂ ਨੇ ਕਿਹੜੇ ਸਰੋਕਾਰਾਂ ਜਾਂ ਕਿਹੜੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਕਦਮ ਚੁੱਕਿਆ, ਇਸ ਨੂੰ ਸਮਝਣਾ ਜ਼ਰੂਰੀ ਹੈ। ਸੋ ਮੋਗੇ ਜ਼ਿਲ੍ਹੇ ਦੇ 2 ਅਲੱਗ-ਅਲੱਗ ਪਿੰਡ ਨੇ। ਇੱਕ ਪਿੰਡ ਸਾਧੂਵਾਲਾ ਹੈ ਤੇ ਦੂਸਰਾ ਪਿੰਡ ਹੈ ਰੌਲੀ। ਰੌਲੀ ਪਿੰਡ ਦੇ 2 ਨੌਜਵਾਨ ਸਨ ਜੋ ਕਿ ਇੱਕ ਦੂਸਰੇ ਦੇ ਜਾਣਕਾਰ ਸਨ। ਇੱਕ ਨੌਜਵਾਨ ਸੀ ਇੰਦਰਜੀਤ ਜਿਸ ਦੀ ਤਕਰੀਬਨ 30 ਸਾਲ ਉਮਰ ਦੱਸੀ ਜਾਂਦੀ ਹੈ ਤੇ ਉਸ ਦਾ ਇੱਕ ਹੋਰ ਜਾਣਕਾਰ ਪਿੰਡ ਦਾ ਹੀ
ਮੁੰਡਾ ਸੀ ਜਸਪਾਲ ਸਿੰਘ। ਜਸਪਾਲ ਸਿੰਘ ਪਿੰਡ ਦੇ ਵਿੱਚ ਹੀ ਇੰਟਰਨੈਟ ਕੈਫੇ ਚਲਾਉਂਦਾ ਸੀ ਤੇ ਇੰਦਰਜੀਤ ਜਿਹੜਾ ਸੀ ਉਹ ਕਾਰਾਂ ਦੀਆਂ ਪਾਲਿਸ਼ਾਂ ਜਿਹੜੀਆਂ ਪਾਲਿਸ਼ ਹੁੰਦੇ ਨੇ, ਕਾਰਾਂ ਦੀ ਵੈਕਸ ਪਾਲਿਸ਼ ਕਹਿ ਲਈ ਜਾਂ ਹੋਰ ਕੋਈ ਕਿਸਮ ਦੇ ਚਮਕਾਉਣ ਵਾਲੀਆਂ ਪਾਲਿਸ਼ਾਂ ਹੁੰਦੀਆਂ ਨੇ, ਉਹਨਾਂ ਨੂੰ ਘਰ ਵਿੱਚ ਹੀ ਤਿਆਰ ਕਰਦਾ ਸੀ ਤੇ ਉਹਨਾਂ ਦੀ ਡੱਬੀਆਂ ਦੇ ਬਾਹਰ ਜਿਹੜੇ ਲੇਬਲ ਲਗਾਏ ਜਾਣੇ ਹੁੰਦੇ ਸੀ ਉਹਨਾਂ ਨੂੰ ਇੰਟਰਨੈਟ ਤੋਂ ਜਾ ਕੇ ਪ੍ਰਿੰਟ ਕਢਵਾ ਕੇ ਉਹ ਡੱਬੀਆਂ ਦੇ ਉੱਤੇ ਲੇਬਲ ਲਗਾ ਕੇ ਉਹਨਾਂ ਨੂੰ ਵੇਚਦਾ ਸੀ। ਸੋ ਦੋਵੇਂ ਨੌਜਵਾਨ ਮਿਹਨਤ ਦੇ ਨਾਲ ਆਪਣਾ ਕੰਮ ਕਰ ਰਹੇ ਸਨ। ਇੰਦਰਜੀਤ ਅਤੇ ਜਸਪਾਲ ਦੋਵਾਂ ਦੇ ਘਰ ਦਾ ਜਿਹੜਾ ਗੁਜ਼ਾਰਾ ਸੀ ਉਹ ਪੂਰਾ ਸੂਰਾ ਸੀ। ਜਸਪਾਲ ਦੇ ਪਿਤਾ खुद एक पुलिस ਦੇ ਵਿੱਚ इंस्पैक्टर सन, एक काफ़ी मेहनती पुलिस इंस्पैक्टर। एक बड़ा ही साधारण जा घर है जिस तरीके नाल एक पुलिस इंस्पैक्टर के घर दे होण दी उम्मीद हर कोई लगा सकता है, क्योंकि इस महकमे दे विच खाण पीण दा बहुत मौका मिलता है। उस तो बिल्कुल ही उलट एक बहुत ही साधारण परिवार है जो अज भी अपने लिमिटेड संसाधनों के विच गुजारा कर रहा है। ਅੱਜ ਦੀ ਤਰੀਕ ਦੇ ਵਿੱਚ ਜਸਪਾਲ ਦੇ ਪਿਤਾ ਰਿਟਾਇਰ ਹੋ ਚੁੱਕੇ ਨੇ, ਲੇਕਿਨ ਉਸ ਵਕਤ ਉਸ ਦਿਨ ਯਾਨੀ ਕਿ 14 ਅਗਸਤ ਜਿਸ ਤੋਂ ਅਗਲੇ ਦਿਨ 15 ਅਗਸਤ 2020 ਨੂੰ ਝੰਡਾ ਚੜਾਉਣ ਦੇ ਸਮਾਗਮ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਡਿਊਟੀ ਸੀ। ਉਹਨਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦਾ ਬੇਟਾ ਇੱਕ ਦਿਨ ਪਹਿਲਾਂ ਮੋਗੇ ਡੀਸੀ ਦੇ ਦਫ਼ਤਰ ਦੇ ਉੱਤੇ ਜਾ ਕੇ ਖਾਲਿਸਤਾਨ ਦਾ ਝੰਡਾ ਲਹਿਰਾ ਆਏਗਾ। ਸੋ ਇਹ ਦੋ ਨੌਜਵਾਨ ਜਸਪਾਲ ਸਿੰਘ ਤੇ ਇੰਦਰਜੀਤ ਸਿੰਘ ਰੌਲੀ ਪਿੰਡ ਦੇ, ਇਹ ਦੋਵਾਂ ਦਾ ਆਪਸ ਦੇ ਵਿੱਚ ਰਾਬਤਾ ਹੁੰਦਾ ਹੈ ਤੇ ਅਗਸਤ ਦੇ ਪਹਿਲੇ ਹਫਤੇ ਸਾਲ 2020 ਦੇ ਵਿੱਚ ਹੀ ਗੁਰਪਤਵੰਤ ਸਿੰਘ ਪੰਨੂ ਦਾ ਇੱਕ ਅਜਿਹਾ ਸੁਨੇਹਾ ਆਉਂਦਾ ਹੈ। ਡੀਸੀ ਦਫ਼ਤਰਾਂ ਦੇ ਬਾਹਰ ਝੰਡਾ ਚੜਾਉਣ ਵਾਲੇ ਨੌਜਵਾਨਾਂ ਨੂੰ ਦੇ ਜਾਣ ਦਾ, ਇਨਾਮ ਦੇ ਜਾਣ ਦਾ ਐਲਾਨ ਕੀਤਾ ਜਾਂਦਾ ਹੈ। ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਦੀ ਕੋਈ ਆਰਥਿਕ ਹਾਲਤ ਜ਼ਿਆਦਾ ਬਿਹਤਰ ਨਹੀਂ ਸੀ। ਪਰਿਵਾਰਾਂ ਨੂੰ ਲੋੜ ਸੀ, ਨੌਜਵਾਨਾਂ ਨੂੰ ਲੋੜ ਸੀ। ਇਹਨਾਂ ਨੇ SFJ ਦੇ ਹੈਂਡਲਰਸ ਦੇ ਨਾਲ ਰਾਬਤਾ ਕੀਤਾ, ਕਿਉਂਕਿ SFJ ਵੱਲੋਂ ਆਪਣੇ ਨੰਬਰਾਂ ਦੇ ਉੱਤੇ ਸੰਪਰਕ ਕਰਨ ਲਈ ਅਜਿਹੇ ਜਿਹੜੇ ਵਲਨਰੇਬਲ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਕਿ ਇਹਨਾਂ ਦੀ ਪਲੈਨਿੰਗ ਹੁੰਦੀ ਹੈ। 14 ਅਗਸਤ 2020 ਨੂੰ ਤੜਕੇ ਹੀ ਇਹ ਲੋਕ ਮੋਗਾ ਦੇ ਡੀਸੀ ਦਫ਼ਤਰ ਦੇ ਬਾਹਰ ਪਹੁੰਚਦੇ ਨੇ, ਲੇਕਿਨ ਡੀਸੀ ਦਫ਼ਤਰ ਪਹੁੰਚਣ ਤੋਂ ਪਹਿਲਾਂ ਪਿੰਡ ਸਾਧੂਵਾਲਾ ਦੇ ਵਿੱਚ ਜਸਪਾਲ ਦਾ ਜਿਹੜਾ ਰਿਸ਼ਤੇਦਾਰ, ਉਸ ਦਾ ਭਰਾ ਯਾਨੀ ਕਿ ਉਸਦੇ ਮਾਮੇ ਦਾ ਬੇਟਾ ਹੁੰਦਾ ਹੈ, ਉਹ ਹੁੰਦਾ ਹੈ ਆਕਾਸ਼ਦੀਪ। ਆਕਾਸ਼ਦੀਪ ਦੀ ਉਮਰ ਮਹਿਜ਼ 18 ਸਾਲ ਸੀ। ਆਕਾਸ਼ਦੀਪ ITI ਦੇ ਵਿੱਚ ਉਸ ਵਕਤ ਐਨਰੋਲ ਹੋਇਆ ਸੀ, ਉਸਨੇ ਐਡਮਿਸ਼ਨ ਲਈ ਸੀ ITI ਦੇ ਵਿੱਚ, 12ਵੀਂ ਕਰ ਚੁੱਕਾ ਸੀ। ਇੱਕ ਬਹੁਤ ਹੀ ਹੋਣਹਾਰ ਪੜ੍ਹਨ ਲਿਖਣ ਵਾਲਾ ਨੌਜਵਾਨ ਸੀ, ਮਿਹਨਤੀ ਬਹੁਤ ਸੀ। ਉਸਦੇ ਪਿਤਾ ਇੱਕ ਰਾਜ ਮਿਸਤਰੀ ਦਾ ਕੰਮ ਕਰਦੇ ਸੀ। ਸੋ ITI ਤੋਂ ਜਦੋਂ ਵੀ ਉਸਨੂੰ ਸਮਾਂ ਮਿਲਦਾ ਸੀ ਆਪਣੇ ਪਿਤਾ ਦੇ ਨਾਲ ਕੰਮ ਦੇ ਵਿੱਚ ਉਹ ਹੱਥ ਵੰਡਾਉਂਦਾ ਹੁੰਦਾ ਸੀ। ਅਲੜ ਉਮਰ ਤੋਂ ਜਵਾਨੀ ਦੇ ਵਿੱਚ ਉਹ ਪੈਰ ਰੱਖ ਰਿਹਾ ਸੀ। ਆਕਾਸ਼ਦੀਪ ਵੀ ਉਹਨਾਂ ਦੇ ਨਾਲ ਹੋ ਲਿਆ। ਆਕਾਸ਼ਦੀਪ ਨੂੰ ਕੋਈ ਅੰਦਾਜ਼ਾ ਤੱਕ ਨਹੀਂ ਸੀ ਕਿ ਪੂਰਾ ਦਾ ਪੂਰਾ ਮਨਸੂਬਾ ਇੰਦਰਜੀਤ ਤੇ ਜਸਪਾਲ ਦਾ ਕੀ ਹੈ। ਜਸਪਾਲ ਵੱਲੋਂ ਆਕਾਸ਼ਦੀਪ ਨੂੰ ਸਿਰਫ ਇੰਨਾ ਹੀ ਦੱਸੇਗਾ ਕਿ ਆਪਾਂ ਮੋਗੇ ਤੱਕ ਜਾਣਾ ਹੈ, ਤੂੰ ਆਪਣਾ ਮੋਟਰਸਾਈਕਲ ਲੈ ਕੇ ਚੱਲ ਤੇ ਮੈਨੂੰ ਉੱਥੇ ਤੱਕ ਡ੍ਰੌਪ ਕਰ ਦੇ। ਜਦੋਂ ਮੋਗੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਖਾਲਿਸਤਾਨ ਦੇ ਜਿਹੜੇ ਝੰਡੇ ਹੁੰਦੇ ਨੇ ਇਹਨਾਂ ਵੱਲੋਂ ਕੱਢੇ ਜਾਂਦੇ ਨੇ, ਜਿਸ ਤੋਂ ਬਾਅਦ ਕਿ ਇਹ ਦੱਸਿਆ ਜਾਂਦਾ ਕਿ ਅਸੀਂ ਮੋਗੇ ਦੇ ਡੀਸੀ ਦੇ ਦਫ਼ਤਰ ਦੀ ਬਿਲਡਿੰਗ 'ਚ ਵੜ ਕੇ ਉੱਤੇ ਛੱਤ ਤੇ ਜਾ ਕੇ ਇਸ ਝੰਡੇ ਨੂੰ ਚੜਾਵਾਂਗੇ ਤੇ ਤੂੰ ਦੂਰੋਂ ਸਾਡੀ ਵੀਡੀਓ ਬਣਾਏਗਾ। ਸੋ ਇਹ ਗੱਲਬਾਤ ਕਿਉਂਕਿ ਆਪਣੇ ਰਿਸ਼ਤੇਦਾਰ ਵੱਲੋਂ ਕਹੀ ਗਈ ਹੁੰਦੀ ਹੈ ਤਾਂ ਆਕਾਸ਼ਦੀਪ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਲੰਬੀ ਚੌੜੀ ਗੱਲ ਨਹੀਂ ਹੈ ਤੇ ਮਾਮਲਾ ਕਿੱਡਾ ਗੰਭੀਰ ਹੈ ਇਸ ਚੀਜ਼ ਦਾ ਉਸਨੂੰ ਅੰਦਾਜ਼ਾ ਤੱਕ ਨਹੀਂ ਹੁੰਦਾ। ਉਹ ਜ਼ਾਹਿਰੀ ਤੌਰ ਤੇ ਦੂਰ ਇੱਕ ਪੁਲ ਤੋਂ ਵੀਡੀਓ ਬਣਾਉਂਦਾ ਹੈ ਮੋਬਾਈਲ ਦੇ ਜ਼ਰੀਏ। ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਂਦਾ ਹੈ, ਤਿਰੰਗਾ ਨੂੰ ਲਾਇਆ ਜਾਂਦਾ ਤੇ ਉਸ ਤੋਂ ਬਾਅਦ ਤਿਰੰਗੇ ਦਾ ਵੀ ਅਪਮਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਤਿੰਨੋਂ ਦੇ ਤਿੰਨੋਂ ਜਿਹੜੇ ਲੋਕ ਹੁੰਦੇ ਨੇ ਦੋ ਅਲੱਗ-ਅਲੱਗ ਮੋਟਰਸਾਈਕਲਾਂ ਤੇ ਆਏ ਹੁੰਦੇ ਨੇ, ਅਲੱਗ-ਅਲੱਗ ਦਿਸ਼ਾਵਾਂ ਵੱਲ ਚਲੇ ਜਾਂਦੇ ਨੇ। ਆਕਾਸ਼ਦੀਪ ਆਪਣੇ ਘਰ ਯਾਨੀ ਕਿ ਪਿੰਡ ਸਾਧੂਵਾਲਾ ਵਿਖੇ ਚਲਾ ਜਾਂਦਾ ਹੈ ਤੇ ਰੌਲੀ ਪਿੰਡ ਦੇ ਜਿਹੜੇ ਦੋਵੇਂ ਇੰਦਰਜੀਤ ਤੇ ਜਸਪਾਲ ਹੁੰਦੇ ਨੇ ਉਹ ਆਪਣੇ ਘਰੋਂ ਗਾਇਬ ਹੋ ਜਾਂਦੇ ਨੇ। ਕੁਝ ਹੀ ਘੰਟੇ ਦੇ ਵਿੱਚ ਇਹ ਜਿਹੜਾ ਵੀਡੀਓ ਹੈ ਵਾਇਰਲ ਹੋ ਚੁੱਕਾ ਹੁੰਦਾ ਹੈ, ਕਿਉਂਕਿ ਇਸ ਵੀਡੀਓ ਨੂੰ ਪਹਿਲਾਂ ਅਮਰੀਕਾ ਦੇ ਵਿੱਚ ਭੇਜਿਆ ਜਾਂਦਾ ਹੈ। SFJ ਵੱਲੋਂ ਇਸ ਨੂੰ ਇੱਕ ਮੈਸੇਜ ਦੀ ਸ਼ਕਲ ਬਣਾ ਕੇ ਪੂਰੇ ਮੀਡੀਆ ਦੇ ਵਿੱਚ ਭਾਰਤ ਦੇ ਵਿੱਚ ਇਸ ਨੂੰ ਸਰਕੂਲੇਟ ਕੀਤਾ ਜਾਂਦਾ ਹੈ। ਕੁਝ ਹੀ ਘੰਟਿਆਂ ਬਾਅਦ ਜਦੋਂ ਆਕਾਸ਼ਦੀਪ ਜੋ ਕਿ 18 ਸਾਲ ਦਾ ਹੁੰਦਾ ਹੈ, ਉਸ ਦੀ ਉਮਰ ਬਹੁਤ ਘੱਟ ਹੁੰਦੀ ਹੈ, ਉਸ ਨੂੰ ਇਸ ਮਾਮਲੇ ਦੀ ਗੰਭੀਰਤਾ ਦੇ ਬਾਰੇ ਵੀ ਪੂਰਾ ਅੰਦਾਜ਼ਾ ਨਹੀਂ ਹੁੰਦਾ। ਅੰਦਾਜ਼ਾ ਤਾਂ ਖੈਰ ਇੰਦਰਜੀਤ ਅਤੇ ਜਸਪਾਲ ਨੂੰ ਵੀ ਨਹੀਂ ਹੁੰਦਾ, ਲੇਕਿਨ ਜਦੋਂ ਆਕਾਸ਼ਦੀਪ ਇਸ ਖਬਰ ਨੂੰ ਦੇਖਦਾ ਹੈ, ਸਮਝਦਾ ਹੈ ਤਾਂ ਉਹ ਆਪਣੇ ਪਿਤਾ ਨੂੰ ਦੱਸਦਾ ਹੈ, ਜਿਸ ਤੋਂ ਬਾਅਦ ਕਿ ਪਿੰਡ ਦੀ ਪੰਚਾਇਤ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਆਕਾਸ਼ਦੀਪ ਨੂੰ ਕੁਝ ਦਿਨ ਬਾਅਦ ਪੁਲਿਸ ਦੇ ਹਵਾਲੇ ਕਰਤਾ ਜਾਂਦਾ ਹੈ। ਇਸ ਦੌਰਾਨ ਇੰਦਰਜੀਤ ਤੇ ਜਸਪਾਲ ਜਿਹੜੇ ਹੁੰਦੇ ਨੇ ਉਹ ਕੁਝ ਦਿਨ ਭਗੌੜੇ ਰਹਿੰਦੇ ਨੇ ਤੇ ਕੁਝ ਹਫ਼ਤੇ ਬਾਅਦ ਰਾਦਰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਦਿੱਲੀ ਤੋਂ ਹੁੰਦੀ ਹੈ। ਇਹ ਵੀ ਮੰਨਿਆ ਜਾਂਦਾ ਕਿ ਉਹਨਾਂ ਨੂੰ ਭਾਰਤ ਤੇ ਪਾਕਿਸਤਾਨ ਦੇ ਬਾਰਡਰੋਂ ਨੇਪਾਲ ਤੋਂ ਫੜਿਆ ਗਿਆ। ਆਕਾਸ਼ਦੀਪ ਦਾ ਸਰੈਂਡਰ ਤਾਂ ਛੇਤੀ ਹੋ ਜਾਂਦਾ ਹੈ, ਲੇਕਿਨ ਇੰਦਰਜੀਤ ਅਤੇ ਜਸਪਾਲ ਨੂੰ ਫੜੇ ਜਾਣ ਦੇ ਵਿੱਚ ਕੁਝ ਹਫ਼ਤੇ ਦਾ ਸਮਾਂ ਲੱਗਦਾ ਹੈ। ਕੁਝ ਦਿਨਾਂ ਬਾਅਦ ਉਹਨਾਂ ਦੇ ਫੜੇ ਜਾਣ ਤੋਂ ਪਹਿਲਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਯਾਨੀ ਕਿ ਇੰਦਰਜੀਤ ਅਤੇ ਜਸਪਾਲ ਦੇ ਪਰਿਵਾਰਾਂ ਦੇ ਨਾਲ ਪੁਲਿਸ ਵੱਲੋਂ ਕਾਫੀ ਵਧੀਕੀਆਂ ਵੀ ਕੀਤੀਆਂ ਜਾਂਦੀਆਂ ਨੇ। ਇਹਨਾਂ ਦੇ ਪਰਿਵਾਰਾਂ ਨੂੰ ਥਾਣਿਆਂ ਦੇ ਵਿੱਚ ਗੇੜੇ ਮਰਵਾਏ ਜਾਂਦੇ ਨੇ, ਨਜ਼ਰਬੰਦ ਤੱਕ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾਂਦਾ ਤੇ ਇਹ ਦੱਸਿਆ ਜਾਂਦਾ ਕਿ 10-10 ਦਿਨਾਂ ਤੱਕ ਇਹਨਾਂ ਦੇ ਜਿਹੜੇ ਡੰਗਰ ਮਵੇਸ਼ੀ ਵਗੈਰਾ ਸਨ ਉਹਨਾਂ ਨੂੰ ਵੀ ਚਾਰਾ ਨਸੀਬ ਨਹੀਂ ਹੁੰਦਾ। ਪਿੰਡ ਵਾਲਿਆਂ ਵੱਲੋਂ ਵੀ ਕੋਈ ਜ਼ਿਆਦਾ ਮਦਦ ਇਹਨਾਂ ਦੀ ਨਹੀਂ ਕੀਤੀ ਜਾ ਸਕਦੀ।
क्योंकि जसपाल के पिता तो खुद एक पुलिस इंस्पैक्टर होंगे ने जो कि इस वक्त रिटायर हो चुके हैं, लेकिन उस वक्त वो पुलिस इंस्पैक्टर सन। उन्होंने भी उस फजीहत का सामना करना पैंदा ते अपने महकमे दे विच उन्हां दी भी बेइज्जती जिहड़ी है वो महसूस उन्हां वल्लों कीती जांदी है। ये पूरी दी पूरी घटना तो बाद जदों ये तीनों मुलजम गिरफ्तार होंगे ने, एक चौथा मुलजम भी इन्हां दे नाल गिरफ्तार होंदा है, उस तो बाद पूरी दी पूरी कहानी साफ होंदी है। लेकिन इन्हां नौजवानों के उत्ते जिन्हां ने कि सिर्फ $25,000 के लालच दे विच इकारा किया, ये वारदात नूं अंजाम दिता, उन्होंने ये बिल्कुल भी अंदाज़ा नहीं होंदा कि उन्होंने खिलाफ UAPA यानी कि अनलॉफुल एक्टिविटीज़ प्रिवेंशन एक्ट के तहत कितनियां सख्त धारावां लाइया जाणगियां, गैर जमानती धारावां, जिस तो बाद कि कई साल तक जिहड़ा मुलजम है उसका अदालत तो छुटना बहुत मुश्किल होंदा है, लगभग नामुमकिन ही होंदा है। बथेरे जिहे केस ने, लेकिन इन्हां नौजवानों को की पता कुछ $1000 या फिर कुछ लाख रुपए कमाने के चक्कर दे विच देशद्रोह दीयां सख्त धारावां अपने उत्ते लवाउण वाले इन नौजवानों को शायद अंदाज़ा ये सी कि जे ये फड़े भी जाते हैं इन्हों कुछ महीनों बाद बेल मिल जाएगी, लेकिन ये अंदाज़ा किसी को नहीं सी कि पुलिस और NIA वालों इन्हों के खिलाफ UAPA जी है वो दर्ज कर ली जाएगी। सो अज की तरीक के आकाश, इंद्रजीत और जसपाल जेलों के विच ने, तो जेल के जदों भी इन्हों के मापे इन्हों मिलन जाते हैं, ये बच्चे रोंदे ने, खास करके आकाशदीप, वो बच्चा जिसकी कि बहुत घट उम्र सी। आकाशदीप का केस था विशेष तौर पर एक बहुत वड्डी ट्रैजेडी जापदा है। उम्र देखो इस बच्चे की महज 18 साल, 12वीं पास करके ITI विच एडमिशन लई होवे, मेहनती बच्चा होवे, पढ़न लिखन वाला बच्चा होवे, मापियां दा सहारा बनना चाहता होवे, ते इस तरीके की वारदात दे विच उसनूं उसे दे रिश्तेदार ने घसीट लिया, उसनूं गुमराह किया गया, उसके भरा जसपाल वालों गुमराह किया गया, तो गां जसपाल नूं जिहड़े गुमराह कर रहे हैं अमेरिका दे विच बैठे हुई ये जिहड़ियां जथेबंदियां हैगियां ने जो कि पंजाब के इस तरीके के नौजवानों नूं भड़काउंदियां ने। मैनूं चंगी तरह याद, अज तो तकरीबन 1.5 साल पहला जदों मैं गुरपतवंत सिंह पन्नू होना दे नाल एक वीडियो कॉन्फ्रेंसिंग के जरिए एक इंटरव्यू कंडक्ट किया सी, मैंने तो पूछा सी कि तुसी ये डॉलरां दा लालच दे के एक मर्सनरी कल्चर क्यों डेवलप करते पे हो, जे खालिस्तान या एक वख जिहड़ा सिख राज है उस दे प्रति लोगों की सोच, पंजाब दे विच लोगों की सोच एडी ज़्यादा होएगी तो वो फिर अपने आप अपने तरीके नाल उस संघर्ष नूं लड़ लैणगे, लेकिन थोनू डॉलरां की पेशकश करन दी की लोड़ है। उन्होंने को इस चीज़ का कोई स्पष्ट जवाब तो नहीं सी, लेकिन हाँ उन्होंने ये जरूर कहा भी जे होर सूबे या होर जिहड़े देश हैगे ने, होर ताकत एजेंसियां पैसे वरत के, पैसे का इस्तेमाल करके एक जंग ते एक वॉरफेयर दे विच वरत सकते हैं, तो फिर जे असी कुछ डॉलर वरतते हैं नौजवानों को ऑफर करते हैं, इस दे विच गलत भी की है। सो गलत उन्होंने वालों ये डॉलर दिते जाने किस हद तक गलत या सही ने, ये तो मैं इस उत्ते तो मैं कोई टिप्पणी नहीं करांगा, क्योंकि मेरे हिसाब नाल गलत ने, हो सकता है उन्होंने हिसाब नाल या किसी होर दे हिसाब नाल ठीक होण, लेकिन जिस तरीके नाल नौजवान इन्हां कुछ $1000 के लालच विच आके फसते हैं, जिस तरीके नाल ये नौजवानों को अंदाज़ा भी नहीं होंदा कि इन्हां दी जिंदगियां, इन्हां दे करियर्स, इन्हां दे जिहड़े परिवार हैगे ने वो किस वड्डे संकट दे विच इस एक हरकत के कारण आ सकते हैं। इस तरीके के मनसूबियां दे उत्ते जदों आपां ध्यान दिंदे हां तां समझ विच आंदा है कि सिर्फ देश नूं वंडना या देश दे विच पाड़ पाना, फिरकू माहौल नूं खराब करना ही अजिहियां जथेबंदियां दा मकसद नहीं, लेकिन असल दे विच ये लोग जो कर रहे हैं वो इन्हां सारियां गल्लां बातां ते मनसूबियां तो किते अगे चले जांदा है। ये नौजवानों की जवानी बर्बाद कर रहे हैं, उन्होंने जिंदगियां बर्बाद कर रहे हैं, कई परिवारों दी आसां बर्बाद कर रहे हैं। अज पुछो आकाशदीप के परिवार तो, इंद्रजीत के परिवार तो, जसपाल सिंह के परिवार तो, हर परिवार ते सारे के सारे परिवार, वो 2 मुंडियां के परिवार जिन्होंने पता सी कि इन्होंने की करना है, किहड़ा झंडा इन्होंने लहराना है, उन्होंने तो आस कुछ $1000 की सी, लेकिन आकाशदीप का तो इन्ना भी कसूर नहीं सी। वो तो सिर्फ अपने एक रिश्तेदार के कहे के उत्ते मोटरसाइकिल लैके उसनूं मोगे तक छड्डन गया सी, ते मोगे जाके जो कुछ भी होंदा है सिर्फ वो वीडियोग्राफी करता है, तो उस वीडियोग्राफी करदे दे उसकी एक अजिही धारा लग जाती है जो कि नॉन अवेलेबल है, UAPA के तहत वो एक देशद्रोही बन जाता है, उस प्रपोर्शन दे विच उस अनुपात का वो दोषी बन जाता है, तो अज भी वो होर सारे मुलजमां वांग जेल दे विच सड़दा पिया है। इस पूरे के पूरे दुखांत ते इस पूरी की पूरी त्रासदी का एक होर जिहड़ा बहुत ही मंदभागा एस्पैक्ट है कि ये जिहड़े नौजवान सन इंद्रजीत ते जसपाल जिन्नी देर भगौड़े रहे, इन्हां वल्लों SFJ ते उहदे जिहड़े हैंडलर सन उन्हां तो कुछ पैसा मनी ट्रांसफर के जरिए मंगवाए जाण दीयां लगातार कोशिशां होईयां। इन्हां ने कई जिहड़ी सुनेहे या मैसेज सन उन्हां हैंडलर्स नूं लाए, ते इन्हां नूं सिर्फ $267 जो कि 20,000 रुपए के आस पास बनते हैं वो भी मंग के इन्हों दिते गए। इन्नियां सख्त धारावां जिस तो कि हुण इन्हां दे परिवारां
ਨੂੰ ਜਿਹੜੀ ਇਹਨਾਂ ਦੀ ਅਦਾਲਤੀ ਪੈਰਵੀ ਕਰਨੀ ਪੈ ਰਹੀ ਹੈ, ਉਸ ਦੇ ਵਿੱਚ ਹੀ ਕਈ ਲੱਖਾਂ ਰੁਪਇਆ ਵਕੀਲਾਂ ਦੀ ਫੀਸਾਂ ਜਾਂ ਫਿਰ ਜੇਲ੍ਹ ਦੀਆਂ ਜਿਹੜੀਆਂ ਹਾਜ਼ਰੀਆਂ ਹੁੰਦੀਆਂ ਨੇ, ਜਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਲੁੱਟ ਖਸੁੱਟ ਹੁੰਦੀ ਹੈ, ਰਿਸ਼ਵਤਖੋਰੀ ਹੁੰਦੀ ਹੈ, ਲੋਕਾਂ ਨੂੰ ਜੇਲਰਾਂ ਨੂੰ ਵਗੈਰਾ ਪੈਸੇ ਦੇਣੇ ਪੈਂਦੇ ਨੇ, ਫਿਰ ਜਾ ਕੇ ਮੁਲਾਕਾਤਾਂ ਲਈ ਥੋੜਾ ਜਿਹੜਾ ਕੰਫਰਟੇਬਲ ਟਾਈਮ ਜਿਹੜਾ ਉੱਥੇ ਮੁਹੱਈਆ ਕਰਾਇਆ ਜਾਂਦਾ ਹੈ, ਉਹ ਸਭ ਕੁਝ ਉਸ ਦੇ ਥਰੂ ਇਹ ਪਰਿਵਾਰ ਜਿਹੜੇ ਅੱਜ ਗੁਜ਼ਰ ਰਹੇ ਨੇ। ਸੋ ਕੀ ਜ਼ਿੰਦਗੀ ਇਹਨਾਂ ਪਰਿਵਾਰਾਂ ਦੀ, ਪੈਸਾ ਵੀ ਨਹੀਂ ਮਿਲਿਆ ਤੇ ਬੱਚੇ ਵੀ ਜਿਹੜੇ ਹੈਗੇ ਨੇ ਉਹ ਵੀ, ਉਹਨਾਂ ਦੇ ਭਵਿੱਖ ਵੀ ਹਮੇਸ਼ਾ ਲਈ ਸੰਕਟ ਦੇ ਵਿੱਚ ਆ ਚੁੱਕੇ ਨੇ। ਅੱਜ ਇਹਨਾਂ ਤਿੰਨੋਂ ਨੌਜਵਾਨਾਂ ਦੇ ਜੇ ਘਰਾਂ ਦੇ ਵਿੱਚ ਤੁਸੀਂ ਜਾ ਕੇ ਵੇਖੋਗੇ, ਤੁਹਾਨੂੰ ਉਹ ਸਨਾਟਾ ਪਸਰਿਆ ਹੋਇਆ ਨਜ਼ਰ ਆਏਗਾ। ਪਰਿਵਾਰ ਦੇ ਉੱਤੇ ਆਰਥਿਕ ਜਿਹੜਾ ਬੋਝ ਸੀ, ਆਰਥਿਕ ਮੰਦਹਾਲੀ ਜੋ ਕਿ ਅੱਜ ਤੋਂ ਕਈ ਸਾਲ ਪਹਿਲਾਂ ਸੀ, ਜਿਸ ਤੋਂ ਨਿਕਲਣ ਦੇ ਚੱਕਰ ਦੇ ਵਿੱਚ ਹੀ ਇਹ ਦੋ ਨੌਜਵਾਨਾਂ ਨੇ ਇਹ ਰਾਹ ਤੇ ਉੱਤੇ ਤੁਰਨ ਦਾ ਮਨ ਬਣਾਇਆ ਸੀ ਤੇ ਤੀਸਰਾ ਗੁੰਮਰਾਹ ਹੋ ਗਿਆ ਸੀ। ਉਹ ਆਰਥਿਕ ਜਿਹੜਾ ਭਾਰ ਹੈ ਉਹ ਹੋਰ ਵੱਧ ਚੁੱਕਾ ਹੈ। ਬੀਤੇ ਕਈ ਸਾਲਾਂ ਦੇ ਵਿੱਚ ਜੇਲ੍ਹਾਂ ਦੀਆਂ ਹਾਜ਼ਰੀਆਂ ਜਾਂ ਜੇਲ੍ਹਾਂ ਦੇ ਵਿੱਚ ਮੁਲਾਕਾਤਾਂ ਲਈ ਰਿਸ਼ਵਤਾਂ ਦਿੰਦੇ ਪੁਲਿਸ ਅਫਸਰਾਂ ਦੇ ਅੱਗੇ ਜਿਹੜਾ ਪੈਸਾ ਚੜਾਉਂਦੇ ਜਾਂ ਅਦਾਲਤਾਂ ਦੇ ਵਿੱਚ ਜਿਹੜੀ ਕਾਨੂੰਨੀ ਪੈਰਵੀ ਕਰਨੀ ਆਪਣੇ ਬੇਟਿਆਂ ਦੇ ਇਹਨਾਂ ਕਾਨੂੰਨੀ ਕੇਸਾਂ ਦੀਆਂ, ਉਹਨਾਂ ਲਈ ਵਕੀਲਾਂ ਨੂੰ ਪੈਸੇ ਦਿੰਦੇ ਇਹ ਲੋਕ ਅੱਜ ਹੋਰ ਕਰਜ਼ਾਈ ਹੋ ਚੁੱਕੇ ਨੇ। ਸੋ ਕੀ ਮਿਲਿਆ ਇਹਨਾਂ ਪਰਿਵਾਰਾਂ ਨੂੰ? ਇਹਨਾਂ ਦੇ ਬੱਚਿਆਂ ਨੇ ਆਪਣੇ ਪਰਿਵਾਰਾਂ ਨੂੰ ਆਰਥਿਕ ਬਦਹਾਲੀ ਚੋਂ ਕੱਢਣ ਦਾ ਇਰਾਦਾ ਤਾਂ ਕੀਤਾ ਸੀ, ਲੇਕਿਨ ਉਸ ਲਈ ਗਲਤ ਤਾਕਤਾਂ ਦੇ ਉੱਤੇ ਉਹ ਵਿਸ਼ਵਾਸ ਕਰ ਬੈਠੇ। ਇੱਕ ਗਲਤ ਤਰੀਕਾ, ਇੱਕ ਗਲਤ ਹਥਕੰਡਾ ਉਹਨਾਂ ਨੇ ਅਪਣਾਇਆ, ਜਿਸ ਦੇ ਕਾਰਨ ਅੱਜ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਸੋ ਇਸ ਪੂਰੀ ਦੀ ਪੂਰੀ ਗੱਲਬਾਤ ਨੂੰ ਰੀਵਿਜ਼ਿਟ ਕਰਨ ਦਾ ਕਾਰਨ ਅੱਜ ਇਹੀ ਹੈ, ਕਿਉਂਕਿ ਅੱਜ ਵੀ ਅਸੀਂ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਉਂਦਾ ਹੋਇਆ ਵੇਖਿਆ। ਹਾਲਾਂਕਿ ਇਸ ਨੂੰ ਆਪਾਂ ਕੀ ਝੰਡਾ ਲਹਿਰਾਣਾ ਕਹਿ ਵੀ ਸਕਦੇ ਹਾਂ, ਇਹਨੂੰ ਝੰਡਾ ਚੜਾਉਣਾ ਕਿਹਾ ਜਾਏਗਾ, ਤੇ ਕਿ ਕਾਲੀ ਦੇ ਵਿੱਚ ਝੰਡਾ ਕਿਤੇ ਵੀ ਟੰਗ ਕੇ ਆ ਜਾਓ, ਉਸ ਦੀ ਛੋਟੀ ਜਿਹੀ ਕੁਝ ਸਕਿੰਟਾਂ ਦੀ ਵੀਡੀਓ ਬਣਾ ਦਿਓ, ਉਸ ਤੋਂ ਬਾਅਦ ਉਹਨੂੰ ਅਮਰੀਕਾ ਭੇਜ ਦਿਓ ਤੇ ਅਮਰੀਕਾ ਤੋਂ ਫਿਰ ਐਸਐਫ ਦੇ ਜਥੇਬੰਦੀ ਉਸ ਨੂੰ ਦੁਨੀਆ ਭਰ ਦੇ ਵਿੱਚ ਨਸ਼ਰ ਕਰ ਦੇ। ਕਿ ਇਸ ਨੂੰ ਝੰਡਾ ਚੜਾਉਣਾ ਕਹਾਂਗੇ, ਕਿ ਇਸ ਨੂੰ ਇੱਕ ਰਸਮੀ ਤੌਰ ਤੇ ਕਿਸੇ ਵੀ, ਜੇ ਆਪਾਂ ਮੁਲਕ ਕੌਮ ਦੇ ਝੰਡੇ ਦੀ ਵੀ ਗੱਲ ਕਰੀਏ, ਕਿ ਇਹ ਇੱਕ ਮਰਿਆਦਾ ਦੇ ਤਹਿਤ ਝੰਡਾ ਚੜਾਏ ਜਾਣ ਦੀ ਗੱਲਬਾਤ ਹੈ। ਕਾਗਜ਼ ਦੇ ਉੱਤੇ ਖਾਲਿਸਤਾਨ ਲਿਖ ਕੇ ਕਿਸੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਚਿਪਕਾਇਆ ਤੇ ਉਸ ਦੀਆਂ ਵੀਡੀਓਗ੍ਰਾਫੀਆਂ ਕਰਕੇ ਹੋਰ ਨੌਜਵਾਨਾਂ ਨੂੰ ਉਕਸਾਓ, ਦੁਨੀਆ ਨੂੰ ਤੇ ਹੋਰ ਨੌਜਵਾਨਾਂ ਨੂੰ ਐਂ ਲੱਗੇ ਵੀ ਪਤਾ ਨਹੀਂ ਕਿੰਨੇ ਹਜ਼ਾਰ ਡਾਲਰ ਜਿਹੜੇ ਹੈਗੇ ਨੇ ਉਹ ਇਹ ਝੰਡਾ ਤੇ ਪੋਸਟਰ ਲਾਉਣ ਵਾਲੇ ਨੌਜਵਾਨਾਂ ਨੂੰ ਮਿਲ ਰਹੇ ਹੋਣਗੇ। ਅਸਲੀਅਤ ਮੋਗੇ ਦੇ ਇਹਨਾਂ ਪਿੰਡਾਂ ਸਾਧੂਵਾਲਾ ਤੇ ਰੌਲੀ ਪਿੰਡ ਦੇ ਵਿੱਚ ਜਾ ਕੇ ਇਹਨਾਂ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਤੋਂ ਪੁੱਛੋ ਵੀ ਇਹਨਾਂ ਨੂੰ ਕਿੰਨਾ ਪੈਸਾ ਮਿਲਿਆ, ਕਿੰਨੀ ਕੁ ਰਸਦ, ਕਿੰਨੀ ਕੁ ਇਮਦਾਦ ਇਹਨਾਂ ਨੂੰ ਮਿਲੀ, ਤੇ ਵਕੀਲਾਂ ਦੇ ਉੱਤੇ ਜੇਲ੍ਹਾਂ ਦੇ ਵਿੱਚ ਇਹਨਾਂ ਦਾ ਅੱਜ ਤੱਕ ਕਿੰਨਾ ਪੈਸਾ ਬੀਤੇ 1.5 ਸਾਲਾਂ ਦੇ ਵਿੱਚ ਖਰਚ ਹੋ ਚੁੱਕਾ ਹੈ। ਸੋ ਅੱਜ ਦੇ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਜਿਹੜੀ ਉਹਨਾਂ ਦੀਆਂ ਘਟਨਾਵਾਂ ਹੋਈਆਂ ਨੇ ਅਨੰਦਪੁਰ ਸਾਹਿਬ ਜਾਂ ਰੋਪੜ ਦੇ ਵਿੱਚ ਵੀ ਕੁਝ ਘਟਨਾਵਾਂ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਈਆਂ ਨੇ, 1-2 ਦਿਨ ਪਹਿਲਾਂ ਵੀ ਹੋਈਆਂ ਨੇ। ਸੋ ਉਹਨਾਂ ਦੇ ਜਿਹੜੇ ਵੀ ਲੋਕ ਹੈਗੇ ਨੇ, ਬੱਚੇ ਹੈਗੇ ਨੇ, ਜਿਨ੍ਹਾਂ ਨੇ ਪੋਸਟਰ ਲਾਏ ਹੋਣਗੇ, ਜਿਨ੍ਹਾਂ ਨੇ ਝੰਡੇ ਚੜਾਏ ਹੋਣਗੇ ਜਾਂ ਜਿਹੜੇ ਬੈਨਰ ਟੰਗੇ ਹੋਣਗੇ, ਅਖੀਰ ਦੇ ਵਿੱਚ ਉਹਨਾਂ ਨੇ ਵੀ ਪੁਲਿਸ ਤੇ NIA ਵਰਗੀ ਅਥਾਰਟੀਜ਼ ਦੇ ਹੱਥੇ ਚੜ੍ਹ ਹੀ ਜਾਣਾ ਹੈ ਤੇ ਉਹਨਾਂ ਦੇ ਖਿਲਾਫ ਵੀ ਇਸੇ ਤਰੀਕੇ ਦੀ ਸਖਤ ਧਾਰਾਵਾਂ ਦੇ ਤਹਿਤ ਤੇ UAPA ਦੇ ਕੇਸ ਹੀ ਦਰਜ ਹੋਣੇ ਨੇ। ਸੋ ਸੰਭਲ ਕੇ ਰਹਿਣ ਦੀ ਲੋੜ ਹੈ, ਬਹੁਤ ਬਚਣ ਦੀ ਲੋੜ ਹੈ। ਜੋ ਬਰਬਾਦੀ, ਜਿਸ ਅੰਧਕਾਰ ਦਾ ਸਾਹਮਣਾ ਇਹ ਤਿੰਨ ਨੌਜਵਾਨਾਂ ਦੇ ਪਰਿਵਾਰ ਕਰਦੇ ਪਏ ਨੇ, ਉਸ ਹਨੇਰੇ ਦਾ ਸਾਹਮਣਾ ਕਿਸੇ ਹੋਰ ਨੂੰ ਨਾ ਕਰਨਾ ਪਏ, ਇਹੀ ਆਸ ਤੇ ਇਹੀ ਉਮੀਦ ਹੈ। ਲੇਕਿਨ ਇੱਥੇ ਪੰਜਾਬ ਦੀ ਸਰਕਾਰ, ਪੰਜਾਬ ਦੀ ਪੁਲਿਸ ਅਤੇ NIA ਵਰਗੀ ਏਜੰਸੀਆਂ ਤੋਂ ਵੀ ਇੱਕ ਬਹੁਤ ਵੱਡੀ ਸ਼ਿਕਾਇਤ ਹੈ। ਇਹਨਾਂ ਨੌਜਵਾਨਾਂ ਜਿਨ੍ਹਾਂ ਨੇ ਕਿ ਇੱਕ ਜੇ ਝੰਡਾ ਗਲਤੀ ਦੇ ਨਾਲ ਚੜਾ ਵੀ ਦਿੱਤਾ, ਕਿਸੇ ਲਾਲਚ ਦੇ ਵਿੱਚ ਆ ਕੇ, ਕਿਸੇ ਵੱਲੋਂ ਵਰਗਲਾਏ ਜਾਣ ਦੇ ਉੱਤੇ ਜਾਂ ਫਿਰ ਕਿਸੇ ਵੱਲੋਂ ਭੜਕਾਏ ਜਾਣ ਦੇ ਉੱਤੇ ਇਹ ਭਟਕ ਗਏ ਨੌਜਵਾਨ, ਇਹਨਾਂ ਵੱਲੋਂ ਕੀਤੀ ਗਈ ਇਸ ਗਲਤੀ ਦਾ ਰੀਕੋਰਸ ਕੀ ਹੈ? ਸਾਡੀਆਂ ਪੁਲਿਸ ਤੇ ਸਾਡੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਆਂ ਨੇ ਉਹ ਇੰਨੀਆਂ ਬੇਦਰਦ ਕਿਵੇਂ ਹੋ ਸਕਦੀਆਂ ਨੇ? ਅਜਿਹੇ ਨੌਜਵਾਨ ਆਕਾਸ਼ਦੀਪ ਵਰਗੇ 18 ਸਾਲ ਦੇ ਨੌਜਵਾਨਾਂ ਉੱਤੇ ਤੁਸੀਂ UAPA ਦਰਜ ਕਰਕੇ ਕਿਹੜੀ ਮੱਲ ਮਾਰ ਰਹੇ ਹੋ? ਪੁਲਿਸ ਦਾ ਜਿਹੜਾ ਇੱਕ ਰਿਸਪੌਂਸ ਤੇ ਸਟੈਂਡਰਡ ਰਿਐਕਸ਼ਨ ਹੁੰਦਾ ਹੈ, ਪਰਿਵਾਰਾਂ ਨੂੰ ਜਾ ਕੇ ਥਾਣਿਆਂ 'ਚ ਬਿਠਾ ਲਓ, ਮਹਿਲਾਵਾਂ ਦੀ ਬੇਇੱਜ਼ਤੀ ਕਰੋ, ਬਜ਼ੁਰਗਾਂ ਦੀ ਬੇਇੱਜ਼ਤੀ ਕਰੋ ਤੇ ਉਸ ਤੋਂ ਬਾਅਦ ਮੁੰਡਿਆਂ ਨੂੰ ਪੇਸ਼ ਕਰਾਉਣ ਲਈ ਉਹਨਾਂ 'ਤੇ ਦਬਾਅ ਬਣਾਓ। ਇਹ ਕਿੱਥੋਂ ਦੀ ਪੁਲਿਸਿੰਗ ਹੈ? ਤੇ ਜੇ ਅਖੀਰ ਦੇ ਵਿੱਚ ਨੌਜਵਾਨ ਤੁਹਾਡੇ ਕਾਬੂ ਆ ਗਏ, ਤੁਸੀਂ ਉਹਨਾਂ ਦੇ ਖਿਲਾਫ ਘੱਟੋ ਘੱਟ ਧਾਰਾਵਾਂ ਜਾਂ ਕੇਸ ਰਜਿਸਟਰ ਕਰਦੇ ਸਮੇਂ ਇਸ ਚੀਜ਼ ਦਾ ਧਿਆਨ ਰੱਖੋ। ਇਹ ਸਬਕ ਸਿਖਾਉਣ ਲਈ, ਭਵਿੱਖ ਦੇ ਵਿੱਚ ਕੋਈ ਨੌਜਵਾਨ ਇੱਦਾਂ ਦਾ ਨਾ ਕਰੇ, ਉਸ ਨੂੰ ਸਬਕ ਸਿਖਾਉਣ ਲਈ ਕੁਝ ਨੌਜਵਾਨਾਂ ਦੀ ਜ਼ਿੰਦਗੀਆਂ ਨੂੰ ਆਪਾਂ ਬਰਬਾਦ ਕਰ ਸਕਦੇ ਹਾਂ। ਇਸ ਤਰੀਕੇ ਦੀ ਸਖਤ ਧਾਰਾਵਾਂ ਲਗਾ ਕੇ ਉਹਨਾਂ ਦੇ ਸਾਲੋਂ ਸਾਲ ਆਪਾਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਡੱਕੀ ਰੱਖਾਂਗੇ। ਉਹ ਜੇਲ੍ਹ ਦੇ ਵਿੱਚੋਂ ਕੀ ਬਣ ਸਕਦੇ ਨੇ? ਆਪਾਂ ਪਹਿਲਾਂ ਵੀ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ, ਜੇਲ੍ਹ ਦੇ ਵਿੱਚੋਂ ਇਹ ਜਿਹੜੇ ਨੌਜਵਾਨ ਨੇ 18 ਸਾਲ ਦਾ, 22 ਸਾਲ ਦਾ, 30 ਸਾਲ ਦਾ ਨੌਜਵਾਨ ਆਖਰ ਕੀ ਬਣ ਕੇ ਨਿਕਲੇਗਾ? ਉੱਥੇ ਕਿਸ ਕਿਸਮ ਦੇ ਲੋਕਾਂ ਦੇ ਨਾਲ ਮਿਲੇਗਾ? ਤੁਸੀਂ ਥੋੜਾ ਜਿਹਾ ਇਹ ਕਿਸੇ ਵੀ ਨੌਜਵਾਨ ਦੇ ਉੱਤੇ ਕੋਈ ਪਰਚਾ ਰਜਿਸਟਰ ਕਰਨ ਤੋਂ ਪਹਿਲਾਂ ਆਪਣਾ ਜਿਹੜਾ ਦਿਮਾਗ ਹੈ, ਆਪਣੀ ਥੋੜੀ ਬਹੁਤੀ ਅਕਲ ਹੈ, ਉਸ ਨੂੰ ਲਗਾਓ। ਇਹ ਠੀਕ ਹੈ ਕਿ ਤੁਸੀਂ ਦੇਸ਼ ਦੇ ਵਿੱਚ ਸੈਂਟਰਲ ਏਜੰਸੀਆਂ ਦਾ ਪ੍ਰੈਸ਼ਰ ਹੁੰਦਾ ਹੈ, NIA ਵਰਗੀਆਂ ਏਜੰਸੀਆਂ ਚਾਹੁੰਦੀਆਂ ਨੇ ਕਿ ਤੁਸੀਂ ਇਹਨਾਂ ਕੇਸਾਂ ਦੇ ਵਿੱਚ ਸਖਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰੋ। ਵੈਸੇ ਤਾਂ NIA ਵਰਗੀਆਂ ਏਜੰਸੀਆਂ ਤੇ ਉਸਦੇ ਅਧਿਕਾਰੀਆਂ ਤੋਂ ਵੀ ਥੋੜੀ ਜਿਹੀ ਸਮਝ ਤੇ ਅਕਲ ਦੀ ਉਮੀਦ ਕੀਤੀ ਜਾ ਸਕਦੀ ਹੈ। ਇਹ ਨੌਜਵਾਨ ਸਾਡੇ ਦੇਸ਼ ਦੇ ਨੌਜਵਾਨ ਨੇ ਤੇ ਤੁਸੀਂ ਇੱਕ ਦੇਸ਼ ਦੀ ਏਜੰਸੀ ਹੋ, ਘੱਟੋ ਘੱਟ ਤੁਸੀਂ ਇਹਨਾਂ ਦਾ ਬੈਕਗਰਾਉਂਡ, ਇਹਨਾਂ ਦਾ ਪਿਛੋਕੜ, ਇਹਨਾਂ ਦਾ
ਕਰੀਅਰ, ਇਹਨਾਂ ਦਾ ਟਰੈਕ ਰਿਕਾਰਡ, ਇਹਨਾਂ ਦੀ ਐਜੂਕੇਸ਼ਨ, ਇਹਨਾਂ ਦੇ ਇਰਾਦੇ ਤਾਂ ਦੇਖੋ, ਇਹਨਾਂ ਦੇ ਪਿੱਛੇ ਕੋਕ ਕਰੋ। ਉਹ ਸਾਰੀਆਂ ਗੱਲਾਂ ਬਾਤਾਂ ਵੇਖਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਾਕਈ ਵੱਖਵਾਦੀਆਂ ਦੇ ਨਾਲ ਜਾਂ ਖਾੜਕੂਆਂ ਦੇ ਨਾਲ ਕੋਈ ਬਹੁਤ ਗਹਿਰੇ ਤਾਰ ਜਾਂ ਸੰਬੰਧ ਜੁੜਦੇ ਨੇ, ਫਿਰ ਠੀਕ ਹੈ, ਤੁਸੀਂ UAP ਜੇ ਲਗਾਉਣੀ ਹੈ ਤਾਂ ਲਗਾਓ। ਲੇਕਿਨ ਇਸ ਤਰੀਕੇ ਦੇ ਕੇਸਾਂ ਦੇ ਵਿੱਚ ਜਿੱਥੇ ਆਪਣੀ ਆਰਥਿਕ ਮੰਦੀ ਜਾਂ ਉਸ ਗੁਰਬਤ ਤੋਂ ਕਿਤੇ ਨਾ ਕਿਤੇ ਨਿਜਾਤ ਪਾਉਣ ਦੇ ਮਕਸਦ ਦੇ ਨਾਲ, ਜਾਂ ਫਿਰ ਇੱਕ ਨੌਜਵਾਨ ਤਾਂ ਜਮਾ ਹੀ ਕਿਸੇ ਵੱਲੋਂ ਗੁੰਮਰਾਹ ਕੀਤੇ ਜਾਣ ਤੋਂ ਬਾਅਦ ਇਹਨਾਂ ਦੋ ਹੋਰ ਆਪਣੇ ਸਾਥੀਆਂ, ਆਪਣੇ ਇੱਕ ਉਹਨਾਂ ਜਿਹੜਾ ਉਹਦਾ ਭਰਾ ਹੁੰਦਾ ਉਸਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਉੱਥੇ ਜਾਂਦਾ ਤੇ ਸਿਰਫ ਇੱਕ ਵੀਡੀਓ ਬਣਾਉਂਦਾ ਤੇ ਉਸ ਤੋਂ ਬਾਅਦ ਉਸ ਉੱਤੇ UAP ਲਗਾਤਾ ਜਾਂਦਾ ਹੈ। ਇਹ ਤਾਂ ਆਪਣੇ ਆਪ ਦੇ ਵਿੱਚ ਕੋਈ ਕਾਨੂੰਨ ਜਾਂ ਕੋਈ ਇਨਸਾਫ ਨਹੀਂ ਹੈ। ਬੱਚੇ ਪੜ੍ਹ ਰਹੇ ਨੇ, ਲਿਖ ਰਹੇ ਨੇ, ਆਪਣਾ ਕੰਮ ਕਰ ਰਹੇ ਨੇ, ਕੁਝ ਹਜ਼ਾਰ ਡਾਲਰਾਂ ਦੇ ਲਾਲਚ ਵਿੱਚ ਆ ਕੇ ਜੇ ਉਹਨਾਂ ਨੇ ਕੋਈ ਅਜਿਹੀ ਘਟਨਾ ਜਾਂ ਵਾਰਦਾਤ ਦੇ ਵਿੱਚ ਹਿੱਸਾ ਪਾ ਵੀ ਲਿਆ ਤਾਂ ਘੱਟੋ ਘੱਟ ਕੇਸ ਰਜਿਸਟਰ ਕਰਨੇ ਹੈ। ਉਹਨਾਂ ਨੂੰ ਵਾਪਸ ਸੁਧਾਰ ਦਾ ਇੱਕ ਮੌਕਾ ਤਾਂ ਦਿਓ, ਉਹਨਾਂ ਨੂੰ ਆਪਣੀ ਗਲਤੀ ਰਿਅਲਾਈਜ਼ ਤਾਂ ਕਰਨ ਦਿਓ। ਜਿਸ ਤਰੀਕੇ ਦੀਆਂ ਸਖਤ ਧਾਰਾਵਾਂ ਪਹਿਲੇ ਸੱਟੇ ਹੀ ਉਹਨਾਂ ਤੇ ਲਾਤੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਉਹਨਾਂ ਲੋਕਾਂ ਦੀ ਮੁੱਖ ਧਾਰਾ ਦੇ ਵਿੱਚ ਵਾਪਸੀ ਅਸੰਭਵ ਬਣ ਜਾਂਦੀ ਹੈ। ਇਹਨਾਂ ਧਾਰਾਵਾਂ ਦੇ ਲਾਣ ਨਾਲ ਠੀਕ ਹੈ, ਸਬਕ ਤਾਂ ਬੜਾ ਵੱਡਾ ਦੇਸ਼ ਦੇ ਹੋਰ ਨੌਜਵਾਨਾਂ ਨੂੰ ਚਲਾ ਜਾਂਦਾ ਹੋਏਗਾ, ਕਿਉਂਕਿ ਇੱਕ ਵਾਰਦਾਤਾਂ ਤਾਂ ਹਟੀਆਂ ਨਹੀਂ, ਇਸ ਤਰੀਕੇ ਦੀਆਂ ਵਾਰਦਾਤਾਂ ਦੇ ਵਿੱਚ ਤਾਂ ਕੋਈ ਕਮੀ ਨਹੀਂ ਆਈ। ਅੱਜ ਵੀ ਖਾਲਿਸਤਾਨ ਦੇ ਪੋਸਟਰ ਵੀ ਲੱਗ ਰਹੇ ਨੇ, ਖਾਲਿਸਤਾਨ ਦੇ ਝੰਡੇ ਵੀ ਲਾਏ ਜਾ ਰਹੇ ਨੇ। ਸੋ ਜਿਨ੍ਹਾਂ ਨੇ ਭਟਕਣਾ ਉਹ ਤਾਂ ਭਟਕਦੇ ਰਹਿਣਗੇ, ਲੇਕਿਨ ਘੱਟੋ ਘੱਟ ਜਿਹੜੇ ਲੋਕ ਗਲਤੀ ਕਰਕੇ, ਜਿਹੜੇ ਨੌਜਵਾਨ ਕੁਰਾਹੇ ਪੈ ਕੇ ਜਾਂ ਭਟਕ ਕੇ ਇਸ ਤਰੀਕੇ ਦੀ ਕੋਈ ਵਾਰਦਾਤ ਅੰਜਾਮ ਦੇ ਬੈਠਦੇ ਨੇ, ਉਹਨਾਂ ਨੂੰ ਵੀ ਵਾਪਸੀ ਦਾ ਮੌਕਾ ਮਿਲਣਾ ਚਾਹੀਦਾ ਹੈ। ਉਹਨਾਂ ਨੂੰ ਵੀ ਮਾਫ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਸਾਡੇ ਸਿਸਟਮ ਜਾਂ ਇਸ ਪ੍ਰਣਾਲੀ ਦੇ ਵਿੱਚ ਹੋਣੀ ਚਾਹੀਦੀ ਹੈ। ਪੁਲਿਸ ਤੇ ਏਜੰਸੀਆਂ ਦੇ ਵਿੱਚ ਇਨਸਾਨ ਬੈਠੇ ਨੇ, ਹਿੰਦੁਸਤਾਨੀ ਭਾਰਤੀ ਲੋਕ ਬੈਠੇ ਨੇ, ਉਹਨਾਂ ਨੂੰ ਘੱਟੋ ਘੱਟ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਇਹ ਬੱਚੇ ਆਪਣੇ ਨੇ, ਆਪਣੇ ਮੁਲਕ ਦੇ ਵਸਨੀਕ ਨੇ, ਆਪਣੇ ਪੰਜਾਬ ਦੇ ਵਸਨੀਕ ਨੇ। ਇਹਨਾਂ ਦੇ ਨਾਲ ਇਸ ਤਰੀਕੇ ਦੀ ਵਧੀਕੀ ਨਹੀਂ ਸੀ ਹੋਣੀ ਚਾਹੀਦੀ। ਜੋ ਗੁਰਪਤਵੰਤ ਸਿੰਘ ਪੰਨੂ ਅਤੇ SFJ ਵਰਗੇ ਜਿਹੜੇ ਸ਼ਰਾਰਤੀ ਅੰਸਰ ਜੋ ਕੁਝ ਕਰ ਰਹੇ ਨੇ, ਉਹ ਤਾਂ ਅਸੀਂ ਸਾਰੇ ਸਮਝਦੇ ਹਾਂ, ਉਹਨਾਂ ਦੇ ਮਨਸੂਬਿਆਂ ਤੋਂ ਤਾਂ ਚੰਗੀ ਤਰ੍ਹਾਂ ਵਾਕਫ ਨੇ। ਲੇਕਿਨ ਜੋ ਸਾਡੇ ਦੇਸ਼ ਦੀਆਂ ਏਜੰਸੀਆਂ, ਸਾਡੀ ਪੁਲਿਸ ਜਿਸ ਤਰੀਕੇ ਦੇ ਸਖਤ ਕੇਸ ਦਰਜ ਕਰਕੇ ਇਹਨਾਂ ਨੌਜਵਾਨਾਂ ਨੂੰ ਹਮੇਸ਼ਾ ਲਈ ਇਹਨਾਂ ਦੀ ਜ਼ਿੰਦਗੀਆਂ ਬਰਬਾਦ ਕਰਨ ਤੇ ਤੁਲੀ ਹੋਈ ਹੈ, ਉਹ ਵੀ ਕੋਈ ਚੰਗੀ ਗੱਲਬਾਤ ਨਹੀਂ ਹੈ। ਸੋ ਇਹ ਜਿਹੜੇ ਸਿਲਸਿਲੇ ਬੰਦ ਐਵੇਂ ਨਹੀਂ ਹੋਣੇ। ਏਜੰਸੀਆਂ ਨੂੰ ਤੇ ਪੁਲਿਸ ਨੂੰ ਵੀ ਥੋੜ੍ਹਾ ਜਿਹਾ ਇਹਨਾਂ ਕੇਸਾਂ ਦੇ ਵਿੱਚ ਸੈਂਸਿਟਿਵਲੀ ਇਹਨਾਂ ਨੂੰ ਹੈਂਡਲ ਕਰਨਾ ਪੈਣਾ। ਉਹਨਾਂ ਵੱਲੋਂ ਵੀ ਕੁਝ ਐਪਲੀਕੇਸ਼ਨ ਆਫ ਮਾਈਂਡ ਆਪਣੇ ਪੱਖੋਂ ਕੀਤੇ ਜਾਣ ਦੀ ਲੋੜ ਹੈ। ਅਜਿਹੇ ਨੌਜਵਾਨ ਵਾਪਸ ਆ ਸਕਦੇ ਨੇ, ਮੇਨ ਸਟ੍ਰੀਮ ਦੇ ਵਿੱਚ ਵਾਪਸ ਪਰ ਸਕਦੇ ਨੇ। ਤੁਸੀਂ ਅਜਿਹੀਆਂ ਸਖਤ ਧਾਰਾਵਾਂ ਲਾਉਣ ਤੋਂ ਪਹਿਲਾਂ ਕੁਝ ਸੋਚੋ, ਉਹਨਾਂ ਦੇ ਬੈਕਗਰਾਊਂਡ ਨੂੰ ਚੈੱਕ ਕਰੋ, ਪੂਰੀ ਸਥਿਤੀ ਨੂੰ ਸਮਝੋ। ਇਹ ਵੈਕਿਊਮ ਦੇ ਵਿੱਚ ਹਾਲਾਤ ਐਗਜ਼ਿਸਟ ਨਹੀਂ ਕਰਦੇ ਨੇ। ਇਹ ਬੱਚੇ ਇੱਕ ਈਕੋਸਿਸਟਮ ਦੇ ਵਿੱਚ, ਪਿੰਡਾਂ ਦੇ ਵਿੱਚ ਰਹਿ ਰਹੇ ਨੇ। ਇਹਨਾਂ ਦੀ ਮਜਬੂਰੀਆਂ, ਇਹਨਾਂ ਦੀ ਲਾਚਾਰੀਆਂ ਨੂੰ ਸਮਝਿਆ ਜਾਵੇ, ਇਹਨਾਂ ਦੇ ਮਨੋਰਥ ਨੂੰ ਐਗਜ਼ਾਮਿਨ ਕੀਤਾ ਜਾਵੇ, ਉਸ ਨੂੰ ਕੁਆਲੀਫਾਈ ਕਰੋ ਜੇ ਤੁਸੀਂ ਵਾਕਈ ਸਖਤ ਧਾਰਾਵਾਂ ਲਾਣੀਆਂ ਨੇ। ਇਸ ਤਰੀਕੇ ਨਾਲ ਜੇ ਸਖਤ ਕਾਨੂੰਨਾਂ ਦੇ ਤਹਿਤ ਇਸ ਤਰੀਕੇ ਦੇ ਬੱਚਿਆਂ ਨੂੰ ਤੁਸੀਂ ਪਰੇਸ਼ਾਨ ਕਰਦੇ ਰਹੋਗੇ, ਉਹਨਾਂ ਦੇ ਖਿਲਾਫ ਮੁਕੱਦਮੇਬਾਜ਼ੀਆਂ ਤੁਰਦੀਆਂ ਰਹਿਣਗੀਆਂ, ਤਾਂ ਫਿਰ ਭਵਿੱਖ ਦੇ ਵਿੱਚ ਇਹ ਵਾਰਦਾਤਾਂ ਘੱਟ ਹੋ ਜਾਣਗੀਆਂ। ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਲਈ ਜਾ ਸਕਦੀ, ਕਿਉਂਕਿ ਨੌਜਵਾਨਾਂ ਦੇ ਵਿੱਚ ਵੀ ਅਜਿਹੇ ਕੇਸਿਸ ਦੇ ਨੂੰ ਸੁਣ ਕੇ, ਅਜਿਹੇ ਨੌਜਵਾਨਾਂ ਬਾਰੇ ਜਾਣ ਕੇ ਹੋਰ ਗੁੱਸਾ ਆਉਂਦਾ ਹੈ। ਗੁੱਸਾ ਗੁਰਪਤਵੰਤ ਪੰਨੂ ਜਾਂ SFJ ਵਰਗੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਤਾਂ ਜਿੰਨਾ ਆਉਂਦਾ ਹੈ ਉਹ ਆਉਂਦਾ ਹੀ ਹੈ, ਲੇਕਿਨ ਆਪਣੇ ਦੇਸ਼ ਦੀਆਂ ਏਜੰਸੀਆਂ ਵੀ ਕਿਹੜੀਆਂ ਸਾਡੀਆਂ ਸਕੀਆਂ ਨੇ ਜਿਹੜੀ ਸਾਨੂੰ ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਖਰਾਬ ਕਰ ਰਹੀਆਂ ਨੇ, ਪਰੇਸ਼ਾਨ ਕਰ ਰਹੀਆਂ ਨੇ। ਸੋ ਇੱਕ ਸੁਨੇਹਾ ਹੈ, ਮੈਸੇਜ ਹੈ ਸਭ ਲਈ, ਉਹ ਨੌਜਵਾਨਾਂ ਲਈ ਵੀ ਜੋ ਕਿ ਨਾ ਭਟਕਣ। ਇਸ ਰਿਪੋਰਟ ਨੂੰ ਵੇਖਣ ਤੋਂ ਬਾਅਦ, ਇਹਨਾਂ ਪਰਿਵਾਰਾਂ ਦੀ ਤਸਵੀਰਾਂ ਜਾਂ ਇਹਨਾਂ ਪਰਿਵਾਰਾਂ ਦੇ ਹਾਲਾਤ ਨੂੰ ਜਾਣਨ ਤੋਂ ਬਾਅਦ ਘੱਟੋ ਘੱਟ ਇਸ ਤਰੀਕੇ ਦੇ ਲਾਲਚ ਦੇ ਵਿੱਚੋਂ ਨਾ ਆਉਣ, ਇਹੀ ਇਸ ਵੀਡੀਓ ਦਾ ਇੱਕ ਮਕਸਦ ਵੀ ਹੈ। ਲੇਕਿਨ ਇੱਕ ਸੁਨੇਹਾ ਸਾਡੀ ਜਾਂਚ ਏਜੰਸੀਆਂ ਲਈ ਵੀ ਹੈ, ਪੰਜਾਬ ਪੁਲਿਸ ਤੇ NIA ਵਰਗੀ ਏਜੰਸੀਆਂ ਵੀ, ਉਹ ਵੀ ਇਸ ਤਰੀਕੇ ਦੇ ਸਖਤ ਮੁਕੱਦਮੇ ਦਰਜ ਕਰਨ ਤੋਂ ਪਹਿਲਾਂ 100 ਵਾਰ ਸੋਚਣ। ਇਹਨਾਂ ਨੌਜਵਾਨਾਂ ਬਾਰੇ, ਉਹਨਾਂ ਦੇ ਭਵਿੱਖ ਬਾਰੇ ਉਹਨਾਂ ਨੂੰ ਥੋੜ੍ਹੀ ਬਹੁਤ ਚਿੰਤਾ ਕਰਨੀ ਚਾਹੀਦੀ ਹੈ। ਬਹਿਰਹਾਲ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ, ਕਿਉਂਕਿ ਮੈਨੂੰ ਲੱਗਾ ਕਿ ਇਸ ਪੂਰੀ ਦੀ ਪੂਰੀ ਰਿਪੋਰਟ ਨੂੰ ਥੋੜੀ ਨਜ਼ਰ ਕਰਨਾ ਚਾਹੀਦਾ ਹੈ। ਹੋ ਸਕਦਾ ਕੁਝ ਨੌਜਵਾਨ ਇਸ ਰਿਪੋਰਟ ਨੂੰ ਵੇਖਣ ਤੋਂ ਬਾਅਦ ਗਲਤ ਰਸਤੇ ਤੇ ਨਾ ਤੁਰਨ, ਤੇ ਹੋ ਸਕਦਾ ਸਾਡੀਆਂ ਏਜੰਸੀਆਂ ਨੂੰ ਵੀ ਥੋੜੀ ਬਹੁਤ ਅਕਲ ਆਏ ਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਸ ਕਿਸਮ ਦੇ ਜਿਹੜੇ ਜਦੋਂ ਕੇਸ ਹੁੰਦੇ ਨੇ, ਜਿਹੜੇ ਨੌਜਵਾਨ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਉਹਨਾਂ ਨੂੰ ਸਮਝਣ ਦੇ ਪੱਖੋਂ ਉਹਨਾਂ ਦੀ ਸਮਰੱਥਾ ਦੇ ਵਿੱਚ ਵੀ ਥੋੜਾ ਬਹੁਤ ਇਜ਼ਾਫਾ ਹੋਏ। ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਥੈਂਕ ਯੂ ਸੋ ਮਚ। ਰਿਤੇਸ਼ ਲਖੀਆ ਅਨਪਲੱਗ ਦੇ ਵਿੱਚ ਫਿਲਹਾਲ ਇੰਨਾ ਹੀ। ਇੱਕ ਰਿਪੋਰਟ ਲੈ ਕੇ ਫੇਰ ਹਾਜ਼ਰ ਹੋਵਾਂਗਾ। ਧੰਨਵਾਦ।